ਜੀ ਡਾਕੇ ਦਾ ਕਿਸ ਪਤਾ ਚੱਲਦਾ? ਡਾਕੇ ਦਾ ਅਸੀਂ ਮੱਝ ਧਾਰ ਮਾਰ ਕੇ ਤੇ ਅਸੀਂ ਚੈੱਕ ਕਰ ਲੈਂਦੇ ਆ, ਪੀ ਕੇ ਦੁੱਧ ਵੇਖ ਲੈਂਦੇ ਆ, ਅੱਛਾ ਸਾਨੂੰ ਪਤਾ ਚੱਲ ਜਾਂਦਾ ਵੀ ਇਹਨੂੰ ਕੀ ਹੈ। ਡਾਕਾ ਹੈ ਜਾਂ ਮਸਲਨ ਪੀ ਕੇ ਕਿਸ ਪਤਾ ਚੱਲ ਜਾਂਦਾ? ਉਹ ਸਾਨੂੰ ਉਹਦੀ ਡਾਕੇ ਦੀ ਸਮੈਲ ਆਉਂਦੀ ਹੈ। ਅਸਲ ਜਿਹੜੀ ਤਾਜ਼ੀ ਮੱਝ ਹੁੰਦੀ ਹੈ ਬੋਲੇ ਦਾ ਤੇ ਦੂਸਰੇ ਦਾ ਅਸੀਂ ਜਦੋਂ ਦੁੱਧ ਸਿੰਗਨੇ ਆ ਜੀਭ ਨੂੰ ਲਾਉਂਦੇ ਸਾਨੂੰ ਸਮਝ ਆ ਜਾਂਦੀ ਹੈ। ਜਦੋਂ ਧਾਰ ਮਾਰ ਕੇ ਤੇ ਉਹਨੂੰ ਜੀਭ ਲਾ ਕੇ ਵੇਖ ਲੈਂਦੇ ਆ, ਸਾਨੂੰ ਸਮਝ ਆ ਜਾਂਦੀ ਹੈ ਵੀ ਇਹ ਜਿਹੜਾ ਜਾਨਵਰ ਹੈ ਇਹ ਜਲਦੀ ਦਾ ਸੋਇਆ ਦਾ ਜ਼ਿਆਦਾ ਦੇਰ ਦਾ ਸੋਇਆ ਦਾ, ਇਹਨੂੰ ਕੀ ਮਸਲਾ ਹੈ। ਔਰ ਨਹੀਂ ਸੁਣਦੀ ਉਹਦਾ ਬੋਲਾ ਜਿਹੜਾ ਬੋਲਾ ਜਿਹੜਾ ਵੀ ਹੁੰਦਾ ਇਹ ਮੱਝ ਸੁਣਦੀ ਹੈ, ਉਹ ਚੋ ਕੇ ਉਹ ਮੱਝ ਅੱਗੇ ਕਰ ਦਿਓ 2-4 ਜੀਬਾਂ ਮਾਰੇਗੀ ਜ਼ੋਰ ਬਾਹਰ ਕੱਢ ਦੇਗੀ। ਉਸ ਤੋਂ ਬਾਅਦ ਇੱਕ ਹੋਰ ਮਸਲਾ ਨਹੀਂ ਹੋਵੇ ਤੇ ਗੋਲੀਆਂ 5-6 ਟੀਸਪੂਨ ਲੈ ਕੇ ਇੱਕ ਰੋਟੀ 'ਚ ਭਲੇੜ ਕੇ ਇੱਕ ਰੋਟੀ ਤੇ ਜਿਹਨੂੰ ਦੇ ਦਿਓ ਜ਼ੋਰ ਬਾਹਰ ਕਰ ਦੇਗੀ। ਆਟਾ ਜਦੋਂ ਸੁੱਟਦੇ ਉਦੋਂ ਉਹਨੂੰ ਫਿਰ ਅਸੀਂ ਖੀਰਾਂ ਪਾਉਂਦੇ ਹਾਂ, ਅੱਛਾ ਗੁੜ ਤੇ ਕਣਕ ਦਲ ਕੇ ਉਹ ਵਿੱਚ ਖਲ ਪਾ ਕੇ ਹੱਥ ਕਮ ਤੋਂ ਕਮ 3 ਵਾਰੀ ਉਹਦੇ ਅੰਦਰ ਹੱਥ ਪਾਏਗਾ, ਫਿਰ ਜ਼ੋਰ ਕੱਢੇਗਾ ਬਾਹਰ। ਲੇਕਿਨ ਉਹਦੇ ਨਾਲ ਜ਼ਖਮ ਹੋ ਜਾਏਗਾ, ਉਹਦੇ ਜ਼ਖਮ ਹੋ ਜਾਏਗਾ, ਫਿਰ ਮੱਝ ਬਹਿ ਜਾਏਗੀ ਪੱਠੇ। ਕਿ ਤੁਹਾਡੀ ਨਜ਼ਰ 'ਚ ਉਹ ਪਹਿਲੇ ਵਾਲਾ ਕੰਮ ਠੇਕੇਦਾਰੀ ਵਾਲਾ ਅੱਛਾ ਸੀ ਜਾਂ ਇਹ ਮੱਝਾਂ ਪਾਲਣਾ ਅੱਛਾ ਹੈ? ਇਹਦੇ 'ਚ ਹੀ ਫਾਇਦਾ ਜ਼ਿਆਦਾ ਇਹ ਬਾਦਸ਼ਾਹੀ ਕੰਮ ਹੈ ਇਨਸ਼ਾਅੱਲਾ। ਅੱਛਾ ਜੀ ਭਾਈ ਜਾਨ, ਇਹ ਦੱਸਿਓ ਕਿ ਤੁਸੀਂ ਮੱਝਾਂ ਦਾ ਕਾਰੋਬਾਰ ਵੀ ਕਰਦੇ ਹੋ? ਜੀ ਮੱਝਾਂ ਲਿਆ ਕੇ ਵੇਚਦੇ ਆ। ਅੱਛਾ ਮੱਝ ਜਿਸ ਤਰ੍ਹਾਂ ਦੀ ਚਾਹੀਦੀ ਹੋਏ ਕਿਸੇ ਬੰਦੇ ਨੂੰ ਮਿਲ ਸਕਦੀ ਹੈ। ਠੀਕ ਹੋ ਗਿਆ। ਗਾਂ ਚਾਹੀਦੀ ਹੋਏ ਅੱਛੀ ਤੋਂ ਅੱਛੀ ਮਿਲ ਸਕਦੀ ਹੈ, ਮੱਝ ਚਾਹੀਦੀ ਅੱਛੀ ਤੋਂ ਅੱਛੀ ਮਿਲ ਸਕਦੀ ਹੈ, ਜੋ ਦੁੱਧ ਜ਼ਿਆਦਾ ਦੇਣ ਵਾਲੀ ਅੱਛੀ ਮੱਝ। ਠੀਕ ਹੈ। ਥਣ ਦੀ ਖਰਾਬੀ ਨਹੀਂ ਹੋਏਗੀ ਇਨਸ਼ਾਅੱਲਾ। ਜਿਹੜੀ ਮੱਝ ਅਸੀਂ ਲਿਆਵਾਂਗੇ ਅਸੀਂ ਅੱਛੀ ਮੱਝ ਲਿਆਉਂਦੇ ਹਾਂ, ਥਣ ਦੰਦ ਹਰ ਚੀਜ਼ ਵੇਖ ਕੇ ਲਿਆਉਂਦੇ ਹਾਂ ਤੇ ਮੱਝ ਵੀ ਸਾਡੀ ਸਹੀ ਹੁੰਦੀ ਹੈ। ਯਾਨੀ ਤੁਸੀਂ ਗਰੰਟੀ ਦੇ ਨਾਲ ਮੱਝ ਦਵੋਗੇ? ਇਨਸ਼ਾਅੱਲਾ ਬਹੁਤ ਅੱਛੀ ਤੇ ਮੱਝ। ਆਪਣਾ ਐਡਰੈਸ ਵੀ ਦੱਸੋ ਤੇ ਆਪਣਾ ਫੋਨ ਨੰਬਰ ਵੀ ਦੱਸੋ। ਠੇਕੇਦਾਰ ਮੁਹੰਮਦ ਨਵਾਜ਼ ਮੇਰਾ ਨਾਮ ਹੈ, ਬਿੱਲੀ ਸਲੈਰੀਆਂ ਤੇ ਖਤਰਾਲ ਪਿੰਡ ਹੈ ਮੇਰਾ। ਠੀਕ ਹੈ। ਬਿੰਨੀ ਖਤਰਾਲ ਜੀ ਜਿਹਨੂੰ ਅਸੀਂ ਇਸ ਪਿੰਡ ਨੂੰ ਕਹਿੰਦੇ ਹਾਂ। ਸਹੀ ਹੈ। ਤੇ ਮੁਹੰਮਦ ਨਵਾਜ਼ ਮੇਰਾ ਨਾਮ ਹੈ। ਠੀਕ ਹੈ। ਫੋਨ ਨੰਬਰ ਹੈ ਮੇਰਾ 0303 68 843। ਠੀਕ ਹੋ ਗਿਆ। ਜਿੰਨੀਆਂ ਕਿਸੇ ਨੂੰ ਮੱਝਾਂ ਚਾਹੀਦੀਆਂ ਉਹਨੂੰ ਦੱਸ ਸਕਦੇ। ਅੱਛਾ ਫੋਨ ਕਰੇ ਦੱਸੇ ਮੱਝ ਮਿਲ ਤੁਹਾਡੇ ਨਾਲ ਰਾਬਤਾ ਕਰਕੇ ਤੇ ਇੱਥੇ ਆ ਕੇ ਲੈਣਾ ਪਏਗਾ ਜਾਂ ਫੋਨ ਤੇ ਤੁਸੀਂ ਉਹਨਾਂ ਨੂੰ ਜਿਹੜਾ ਵੇ ਉਹ ਕਰ ਲਓ? ਇਨਸ਼ਾਅੱਲਾ ਇੱਥੇ ਆਉਣਗੇ ਫਿਰ ਦੱਸਣਗੇ ਕਿੰਨੀਆਂ ਮੱਝਾਂ ਚਾਹੀਦੀਆਂ, ਨਾਲ ਜਾਵਾਂਗੇ ਉਹਨਾਂ ਦੇ ਮੱਝਾਂ ਉੱਥੋਂ ਵੀ ਲੈ ਦੇ ਕੇ ਦਿਆਂਗੇ। ਅਗਰ ਕਹਿਣਗੇ ਘਰ ਦੇ ਘਰੋਂ ਇੱਥੇ ਮੰਗਵਾ ਦੇ ਮੱਝਾਂ ਇੱਥੋਂ ਲੈ ਜਾਣ। ਜ਼ਬਰਦਸਤ ਗਰੰਟੀ ਵਾਲੀਆਂ ਮੱਝਾਂ ਹੋਣਗੀਆਂ ਇਨਸ਼ਾਅੱਲਾ ਚੰਗੀ। ਮੈਂ ਦੱਸਿਓ ਕਿ ਭਾਈਜਾਨ ਕਿੰਨੀ ਦੇਰ ਤੁਸੀਂ ਇਹ ਕੰਮ ਕਰ ਰਹੇ ਹੋ? ਤਕਰੀਬਨ ਮੈਨੂੰ 10 ਸਾਲ ਤੋਂ ਹੋ ਗਿਆ ਕੰਮ ਕਰਦੇ। 10 ਸਾਲ ਤੋਂ? ਪਹਿਲੇ ਕੀ ਕਰਦੇ ਹੋ? ਪਹਿਲੇ ਮੈਂ ਠੇਕੇਦਾਰੀ ਕਰਨਾ ਫੈਕਟਰੀਆਂ ਦੇ ਵਿੱਚ। ਅੱਛਾ। ਤੇ ਉਸ ਤੋਂ ਬਾਅਦ ਹੁਣ ਆ ਕੇ ਤੇ ਕੰਮ ਕਰਨੇ ਮੱਝਾਂ ਮੁੱਝਾਂ ਦਾ। ਨਹੀਂ ਤੇ ਠੇਕੇਦਾਰੀ ਦਾ ਕੰਮ ਜਿਹੜਾ ਉਹ ਕਿਉਂ ਛੱਡਿਆ ਤੁਸੀਂ? ਉਹ ਲੇਬਰ ਨਹੀਂ ਸੀ ਲੱਭਦੀ ਫਿਰ ਛੱਡ ਛੜਿਆ ਸੀ। ਤੁਸੀਂ ਕੀ ਕਹਿਣਾ ਚਾਹੋਗੇ, ਇਹ ਕੰਮ ਅੱਛਾ ਹੈ ਜਾਂ ਉਹ ਕੰਮ ਅੱਛਾ ਸੀ? ਨਹੀਂ ਕੰਮ ਤੇ ਅੱਛਾ ਤੇ ਹੈ ਵੀ ਅੱਛਾ ਹੀ ਹੈ। ਅੱਛਾ ਇਹ ਦੱਸੋ ਕਿ ਇਹ ਜਿਹੜਾ ਕਾਰੋਬਾਰ ਹੈ ਇਹ ਨੌਜਵਾਨ ਲੋਕਾਂ ਨੂੰ ਕਰਨਾ ਚਾਹੀਦਾ ਕਿ ਨਹੀਂ? ਕਰਨਾ ਤਾਂ ਭਾਜੀ ਚਾਹੀਦਾ ਹੈ, ਅਗਰ ਆਪੇ ਬੰਦਾ ਕੰਮ ਕਰੇ ਤਾਂ ਫਿਰ ਕਰਨਾ ਚਾਹੀਦਾ। ਕਿਸ ਤਰ੍ਹਾਂ ਕਰਨਾ ਚਾਹੀਦਾ? ਯਾਨੀ ਆਪੇ ਇੱਕ ਤੇ ਹੋ ਗਿਆ ਆਪੇ ਕੰਮ ਕਰਨਾ ਚਾਹੀਦਾ, ਦੂਸਰਾ ਜਗ੍ਹਾ ਕਿੰਨੀ ਹੋਣੀ ਚਾਹੀਦੀ ਹੈ? ਜਗ੍ਹਾ ਕਮ ਤੋਂ ਕਮ ਬੰਦੇ ਜਿੰਨਾ ਕਿਸੇ ਨੇ ਮਾਰ ਰੱਖਣਾ ਉਨੀ ਜਗ੍ਹਾ ਹੋਣੀ ਚਾਹੀਦੀ ਹੈ। ਇੱਕ ਡੰਗਰ ਵਾਸਤੇ ਕਿੰਨੀ ਹੋਣੀ ਚਾਹੀਦੀ ਹੈ? ਇੱਕ ਡੰਗਰ ਲਈ ਕਮ ਤੋਂ ਕਮ ਡੰਗਰ ਜੇ ਕਿਸੇ ਨੇ 10-15 ਰੱਖਣੇ ਤਾਂ 1.5 ਕਨਾਲ 2 ਕਨਾਲ ਜਗ੍ਹਾ ਹੋਣੀ ਚਾਹੀਦੀ ਹੈ। ਇੱਕ ਮੱਝ ਵਾਸਤੇ ਇੱਕ ਮਰਲਾ ਜਗ੍ਹਾ ਕਾਫੀ ਹੈ? ਤਕਰੀਬਨ। ਠੀਕ ਹੋ ਗਿਆ। ਹਾਂਜੀ। ਓਪਨ ਕਿੰਨੀ ਜਗ੍ਹਾ ਹੋਏ, ਬੰਦ ਕਿੰਨੀ ਹੋਏ? ਓਪਨ ਤਕਰੀਬਨ ਅੱਧੀ ਕੁ ਜਗ੍ਹਾ ਤੇ 36 ਦੀ ਹੋਣੀ ਚਾਹੀਦੀ ਹੈ, ਜਿਹਦੇ 'ਚ ਖੁਰਲੀਆਂ ਹੋਣ। ਡੰਗਰ ਨੂੰ ਬਾਰਿਸ਼ ਹੁੰਦੀ ਹੈ, ਗਰਮੀ ਹੁੰਦੀ ਹੈ, ਸਰਦੀ ਹੁੰਦੀ ਹੈ, ਉਹਦੇ 'ਚ ਪੱਖੇ ਪੁੱਖੇ ਲਾਣੇ ਚਾਹੀਦੇ ਨੇ। ਤੁਹਾਡੇ ਕੋਲ ਮਾਸ਼ਾਅੱਲਾ ਇਸ ਟਾਈਮ 18 ਮੱਝਾਂ ਨੇ? ਹਾਂਜੀ। ਇਹਦੇ ਵਿੱਚ ਛੋਟੇ ਜਾ ਪਾ ਕੇ ਟੋਟਲ ਕਿੰਨੇ ਹੋ ਗਏ ਜਾਨਵਰ? ਤਕਰੀਬਨ 22-23 ਲਾ ਲਓ। ਨਹੀਂ ਮੈਂ ਪੁੱਛਣਾ ਚਾਹ ਰਿਹਾ ਕਿ ਇਸ ਟਾਈਮ ਤੁਹਾਡੇ ਕੋਲ ਲਹਿਰੀਆਂ ਕਿੰਨੀਆਂ ਮੱਝਾਂ ਨੇ? ਮੇਰੇ ਕੋਲ ਜੀ ਇਸ ਟਾਈਮ 18 ਮੱਝਾਂ ਸੂਈ ਦੀਆਂ ਨੇ। 18 ਮੱਝਾਂ ਸੀ ਜੀ। 18 ਮੱਝਾਂ ਤੋਂ ਮਾਸ਼ਾਅੱਲਾ ਉਸ ਦਿਨ ਤੁਹਾਡਾ ਡੇਲੀ ਦਾ ਕਿੰਨਾ ਦੁੱਧ ਹੋ ਜਾਂਦਾ? ਉਹ ਤਾਂ ਤਕਰੀਬਨ ਹੋ ਜਾਂਦਾ 140 ਕਿਲੋ, 35 ਕਿਲੋ, 40 ਕਿਲੋ। 140 135 ਦੇ ਵਿੱਚ ਕਿੰਨੇ ਰੁਪਏ ਕਿਲੋ ਦੁੱਧ ਤੁਸੀਂ ਵੇਚ ਰਹੇ ਹੋ? ਅਸੀਂ ਵੇਚਨੇ ਪਏ ਜੀ ਤਕਰੀਬਨ 85 ਰੁਪਏ 80 ਰੁਪਏ ਦੁਕਾਨ ਵਾਲੇ ਦਿੰਦੇ ਆ। ਠੀਕ ਹੈ। ਤੇ ਆਮ ਅਸੀਂ ਵੇਚਦੇ ਆ 90 ਹੀ ਵੇਚਦੇ, 90-100। ਠੀਕ ਹੋ ਗਿਆ। ਤੇ ਤੁਹਾਡੇ ਕਿੰਨੇ ਕੁ ਪੈਸੇ ਬਣ ਜਾਂਦੇ ਨੇ ਡੇਲੀ ਦੇ ਦੁੱਧ ਦੇ? ਡੇਲੀ ਤੇ ਬਣ ਜਾਂਦਾ ਸਾਡਾ ਤਕਰੀਬਨ 9-1000 ਰੁਪਏ, 8-9000 ਰੁਪਏ, 10। ਜ਼ਰਾ ਇਹ ਜਾਨਵਰਾਂ ਦੇ ਬਿਜ਼ਨਸ ਵਾਲ ਦੇ ਬਾਰੇ 'ਚ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ, ਮੱਝਾਂ ਜਿਹੜੀਆਂ ਨੇ ਕਿਹੋ ਜਿਹੀਆਂ ਲੈਣੀਆਂ ਚਾਹੀਦੀਆਂ ਨੇ ਅਗਰ ਇਹ ਕੰਮ ਕਰਨਾ ਹੈ ਤੇ? ਮੱਝ ਭਾਜੀ ਸੂਈ ਦੀ ਲੈਣੀ ਚਾਹੀਦੀ ਹੈ ਜਦੋਂ ਵੀ ਲਵੋ। ਅੱਛਾ। ਮੱਝ ਸੂਣਾ ਹੀ ਨਹੀਂ ਲੈਣੀ ਚਾਹੀਦੀ। ਖੰਗੜੀ ਲੈਣੀ ਚਾਹੀਦੀ? ਖਾਂਗੜੀਆਂ ਵੀ ਲਵੋ, ਮੱਝਾਂ ਸਾਫ ਸੁਥਰੀਆਂ ਲਵੋ, ਥਣ ਛਣ ਸਹੀ ਹੋਣ, ਮੱਝ ਸੋਹਣੀ ਹੋਏ ਤੇ ਉਹ ਫਾਇਦਾ ਉਹਦੇ 'ਚ। ਸਹੀ ਹੋ ਗਿਆ। ਹਾਂਜੀ। ਅੱਛਾ ਹੁਣ ਮੱਝ ਜਿਹੜੀ ਹੈ ਉਹਦਾ ਮੈਕਸਿਮਮ ਕੀ ਰੇਟ ਚੱਲਦਾ ਹੈ ਇਸ ਟਾਈਮ? ਤਕਰੀਬਨ ਮੱਝ ਦਾ ਰੇਟ ਸਹੀ ਜਿਹੜੀ ਸੂਈ ਦੀ ਮੱਝ ਆ 1.5 ਤੋਂ 2 ਲੱਖ। ਠੀਕ ਹੈ। ਹਾਂਜੀ। 1.5 ਤੋਂ 2 ਲੱਖ? ਹਾਂਜੀ। 1.5 ਤੋਂ 2 ਲੱਖ ਜਿਹੜੀ ਮੱਝ ਹੈ ਉਹ ਕਿੰਨਾ ਦੁੱਧ ਦੇਗੀ? ਤਕਰੀਬਨ 9-10 ਕਿਲੋ ਦੇਗੀ। ਠੀਕ ਹੋ ਗਿਆ। ਉਹ ਖਰਚਾ ਕਿੰਨਾ ਕਰਾਏਗੀ? ਖਰਚਾ ਜ਼ਾਹਰ ਹੈ ਜੀ ਉਹਨੂੰ 800 ਦਾ ਮਣ ਭੋ ਹੈ। ਅੱਛਾ। ਹੁਣ 700 ਤੋਂ 800 ਦਾ ਮਣ ਭੋ ਹੈ। ਠੀਕ ਹੋ ਗਿਆ। ਤੇ ਅਗਰ ਦੂਸਰੇ ਪੱਠੇ ਮੁੱਲ ਲੈਣੇ ਨੇ ਠੀਕ ਹੈ ਤੇ ਮੱਝ 500-600 ਰੁਪਏ ਖਾ ਹਟਦੀ ਹੈ। ਯਾਨੀ 500-600 ਖਾ ਗਏ ਤਕਰੀਬਨ 400-500 ਬਚਾ ਹਟਦੀ ਜੀ। ਹੈ। ਹਾਂਜੀ। ਤੇ ਅਸੀਂ ਕਹਿ ਸਕਦੇ ਹਾਂ ਕਿ ਇਸ ਕੰਮ ਦੇ ਵਿੱਚ ਅਗਰ ਸਹੀ ਤਰੀਕੇ ਨਾਲ ਕੀਤਾ ਜਾਏ ਤੇ 50-50 ਰੇਸ਼ੋ ਹੈ? ਹਾਂ ਇਨਸ਼ਾਅੱਲਾ। ਠੀਕ ਹੋ ਗਿਆ। ਅੱਛਾ ਤੁਹਾਡੇ ਕੋਲ ਇਸ ਟਾਈਮ ਕਿਹੜੀ ਨਸਲ ਦੀਆਂ ਮੱਝਾਂ ਨੇ? ਸਾਡੇ ਕੋਲ ਅਸੀਂ ਉਧਰੋਂ ਮਲਤਾਨ ਵਾਲੀ ਸਾਈਡ ਤੋਂ ਲਿਆਉਂਦੇ ਮੱਝਾਂ, ਬੂਰੇ ਵਾਲਾ ਵਿਹਾੜੀ ਵਗੈਰਾ ਤੋਂ? ਇਧਰੋਂ ਵੀ ਲੈ ਲੈਂਦੇ ਆ। ਅੱਛਾ ਉਧਰ ਮਲਤਾਨ ਵਾਲੀ ਉਧਰ ਦੀ ਲੈਂਦੇ ਆ। ਮਲਤਾਨ ਦੀ ਮੱਝ ਦਾ ਜਿਹੜੀ ਹੈ ਮੱਝ ਚੰਗੀ ਹੈ। ਤੇ ਬੂਰੇ ਵਿਹਾੜੀ ਦੀਆਂ ਨਹੀਂ ਅੱਛੀਆਂ? ਬੂਰੇ ਵਿਹਾੜੀ ਮਲਤਾਨ ਅੱਛਾ ਲੁੱਡਣ ਸ਼ਹਿਰ ਹੈ, ਉਹ ਹੈ ਉਧਰ ਦੀ ਮੱਝ ਜਿਹੜੀ ਜ਼ਰਾ ਅੱਛੀ ਹੈ, ਦੁੱਧ ਸਹੀ ਦਿੰਦੀ ਹੈ। ਤੇ ਇਹਨਾਂ ਦੀ ਕੋਈ ਪਹਿਚਾਣ ਹੈ ਤੁਹਾਨੂੰ? ਪਹਿਚਾਣ ਬੜੀ ਸਾਨੂੰ। ਜ਼ਬਰਦਸਤ ਪਹਿਚਾਣ ਕਰਵਾਓ ਜ਼ਰਾ ਕਿ ਇਹ ਜਿਹੜੀ ਮੱਝ ਤੁਹਾਡੇ ਕੋਲ ਖਲੋਤੀ ਹੈ ਇਸ ਟਾਈਮ ਇਹ ਆਰਫ ਵਾਲੀ ਮੱਝ ਹੈ। ਇਹ ਆਰਫ ਵਾਲੇ ਦੀ ਹੈ। ਠੀਕ ਹੋ ਗਿਆ। ਉਹ ਜਿਹੜੀ ਮੱਝ ਹੈ ਉਹ ਆਪਣਾ ਮਲਤਾਨ ਦੀ ਹੈ। ਅੱਛਾ ਉਹਦੇ ਚ ਇਹਦੇ ਚ ਕੀ ਫਰਕ ਹੈ? ਉਹਦੇ ਚ ਉਹ ਮੱਝ ਜਿਹੜੀ ਹੈ ਇਹ ਮਲਤਾਨ ਦੀ ਮੱਝ, ਉਹ ਮਲਤਾਨ ਦੀ ਹੈ,
ਇਹ ਕਾੜੀ ਦੀ ਹੈ, ਸਾਈਵਾਲ ਕਾੜੀ ਮੈਂ ਹੀ ਪੁੱਛਣਾ ਚਾਹ ਰਿਹਾ ਕਿ ਉਹਦੇ ਸਿੰਘ ਨੇ, ਉਹਦੇ ਵੀ ਕੁੰਡੇ ਸਿੰਘ ਨੇ, ਇਹਦੇ ਵੀ ਕੁੰਡੇ ਸਿੰਘ ਨੇ। ਇਹ ਉਹਦੇ ਜ਼ਿਆਦਾ ਕੁੰਡੇ ਨੇ। ਅੱਛਾ, ਇਹਦੇ ਘੱਟ ਨੇ। ਹੋਰ ਸ਼ਹਿਰ ਦੀ, ਹੋਰ ਸ਼ਹਿਰ ਦੀ। ਠੀਕ ਹੋ ਗਿਆ। ਅੱਛਾ, ਹੁਣ ਦੱਸਿਓ ਕਿ ਜਿਹੜਾ ਇਹਨਾਂ ਦਾ ਮੂੰਹ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਦੋਵਾਂ ਦਾ? ਮੂੰਹ ਤੇ ਤਕਰੀਬਨ ਮੂੰਹ ਜਿਹੜਾ ਛੋਟਾ ਹੋਏਗਾ, ਪਿੱਛੋਂ ਮੱਝ ਵੱਡੀ ਹੋਏਗੀ, ਉਨੀ ਬਹੁਤੀ ਸੋਹਣੀ ਲੱਗੇਗੀ। ਅੱਛਾ, ਬਹਾਨਾ ਚੰਗਾ ਹੋਏ। ਠੀਕ ਹੈ। ਵਾਹਨਾ ਜਿਹੜਾ ਵੇ ਉਹ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ? ਯਾਨੀ ਲੱਤਾਂ ਤੋਂ ਪਿਛਾਂ ਵੀ ਨਿਕਲਿਆ ਹੋਏ ਜਾਂ ਸਿਰਫ ਥੱਲੇ ਨੂੰ ਹੋਏ? ਨਹੀਂ ਜੀ, ਪਿੱਛਾ ਨੂੰ ਵੀ ਹੋਣਾ ਚਾਹੀਦਾ, ਖਾਣ ਵੀ ਹੋਣਾ ਚਾਹੀਦਾ। ਠੀਕ ਹੋ ਗਿਆ। ਹਾਂਜੀ। ਤੇ ਥਣ ਜਿਹੜੇ ਨੇ ਕਿਹੋ ਜਿਹੇ ਹੋਣੇ ਚਾਹੀਦੇ ਨੇ? ਥਣ ਛਿੰਡ ਛਿੰਡ ਤੇ ਹੋਣੇ ਚਾਹੀਦੇ ਨੇ। ਠੀਕ ਹੈ, ਹਾਂਜੀ। ਮੁੱਠੀ ਯਾਨੀ ਥਣ ਹੋਣਾ ਚਾਹੀਦਾ। ਥਣ ਜਿਹੜਾ ਵੇ ਅਗਲੇ ਥਣ ਤੇ ਪਿਛਲੇ ਥਣ ਉੱਚੇ ਨਹੀਂ ਹੋਣੇ ਚਾਹੀਦੇ ਨੇ? ਹੋਣ ਤੇ ਸੋਹਣੀ ਲੱਗਦੀ ਹੈ ਮੱਝ। ਪਿਛਲੇ ਥਣ ਥੋੜੇ ਵੱਡੇ ਹੋਣ, ਅਗਲੇ ਛੋਟੇ ਹੋਣ, ਮੱਝ ਸੋਹਣੀ ਲੱਗਦੀ ਹੈ। ਥਣਾਂ 'ਚ ਕਿੰਨਾ ਫਰਕ ਹੋਏ? ਥਣਾਂ ਦੇ ਵਿੱਚ ਜਿੰਨਾ ਫੈਸਲਾ ਹੋਏ ਉਨੀ ਮੱਝ ਸੋਹਣੀ ਲੱਗੇਗੀ। ਅੱਛਾ, ਯਾਨੀ ਕਿ ਇੱਕ ਚੱਪੇ ਦਾ ਫਰਕ ਹੋਈ ਹੈ ਜੀ। ਜ਼ਬਰਦਸਤ ਹੋ ਗਿਆ। ਪੂਛਲ ਜਿਹੜੀ ਉਹਦੀ ਉਹ ਕਿਹੋ ਜਿਹੀ ਹੋਣੀ ਚਾਹੀਦੀ ਹੈ, ਲੰਮੀ ਜਾਂ ਛੋਟੀ? ਕੁਛਲ ਮੱਝ ਤੇ ਕਾਲੀ ਸ਼ਾਹ ਬਹੁਤੀ ਸੋਹਣੀ ਲੱਗਦੀ ਹੈ। ਠੀਕ ਹੈ। ਕਾਲੀ ਸ਼ਾਹ ਮੱਝ ਨੂੰ ਦੁੱਧ ਜ਼ਿਆਦਾ ਦਿੰਦੀ ਹੈ ਤਜਰਬੇ ਸਾਡੇ ਦੇ ਮੁਤਾਬਕ। ਅੱਛਾ, ਹਾਂਜੀ। ਤੇ ਦੁਮ ਲੰਮੀ ਹੋਣੀ ਚਾਹੀਦੀ ਹੈ? ਦੋ ਲੰਬੀ ਹੋਣੀ ਚਾਹੀਦੀ ਹੈ। ਇਹ ਜਿਹੜੀ ਹੱਡੀ ਹੈ ਮੱਝ ਦੀ, ਇਹ ਉਤਲੀ, ਇਹ ਸਿੰਗਲ ਹੋਣੀ ਚਾਹੀਦੀ ਹੈ ਜਾਂ ਤਿੰਨ ਹੋਣੀਆਂ ਸਿੰਗਲ ਹੱਡੀ ਦੀ ਵੀ ਮੱਝ ਚੰਗੀ ਹੁੰਦੀ ਹੈ। ਅੱਛਾ, ਹੁਣ ਇਹ ਸਿੰਗਲ ਹੱਡੀ ਦੀ ਹੈ ਚੰਗੀ ਹੈ ਮੱਝ। ਠੀਕ ਹੋ ਗਿਆ। ਹਾਂਜੀ। ਸਹੀ ਹੋ ਗਿਆ। ਤੇ ਧੁੰਨੀਆਂ ਦੀ ਕਿਹੋ ਜਿਹੀ ਹੋਣੀ ਚਾਹੀਦੀ ਹੈ? ਧੁੰਨੀ ਤਾਂ ਆਮ ਹੁੰਦੀ ਹੈ ਮੱਝਾਂ ਦੀ ਸਾਰੇ ਤਕਰੀਬਨ। ਅੱਛਾ, ਅਸੀਂ ਸੁਣਿਆ ਕਿ ਮੱਝ ਜਿਹੜੀ ਹੈ ਉਹਦੀ ਜਿਹੜੀ ਧੁੰਨੀ ਹੈ ਉਹ ਛੋਟੀ ਹੋਣੀ ਚਾਹੀਦੀ ਹੈ। ਭਾਜੀ ਧੁੰਨੀ ਦਾ ਕੋਈ ਨਹੀਂ ਮਸਲਾ, ਵਿੱਚ ਅੱਛਾ। ਆਮ ਨਸਲਾਂ ਨੇ, ਕਿਸੇ ਦੀ ਛੋਟੀ ਹੈ, ਕਿਸੇ ਦੀ ਥੋੜੀ ਲੰਮੀ ਹੁੰਦੀ ਹੈ। ਠੀਕ ਹੋ ਗਿਆ। ਤੇ ਧੁੰਨੀ ਵਾਲੀ ਮੱਝ ਵੀ ਮਾੜੀ ਨਹੀਂ ਹੁੰਦੀ। ਹੁਣ ਉਹ ਜਿਹੜੀ ਮੱਝ ਹੈ, ਉਹਦੀ ਹੱਡੀ ਜਿਹੜੀ ਹੈ ਉਹ ਛੋਟੀ ਨਜ਼ਰ ਆ ਰਹੀ ਸਾਨੂੰ। ਉਹ ਦੋ ਹੱਡੀ ਦੀ ਹੈ, ਇੱਕ ਹੱਡੀ ਦੀ ਹੈ। ਅੱਛਾ, ਹਾਂਜੀ। ਉਹ ਦੋਵਾਂ ਵਾਲੀ ਹੈ ਇੱਕ ਵਾਲੀ ਹੈ? ਹਾਂਜੀ। ਭਾਜੀ ਜਿਹੜੀ ਮੱਝ ਹੁੰਦੀ ਹੈ ਨਾ ਛੋਟੀ, ਇੱਕ ਦੋ ਸੂਆ ਸੂਈ ਦੀ, ਉਹਦੀ ਕਗਲੀ ਨਹੀਂ ਵੱਧਦੀ। ਅੱਛਾ। ਜਦੋਂ ਮੱਝਾਂ ਜ਼ਿਆਦਾ ਸੂਏ ਚ ਹੋਈ ਤਾਂ ਥੋੜੀ ਕਗਲੀ ਵੱਧ ਜਾਂਦੀ। ਯਾਨੀ ਆ ਵੀ ਮੱਝ ਦੀ ਜਿਹੜੀ ਉਹ ਜੀ। ਜ਼ਿਆਦਾ ਹਾਂਜੀ। ਹੋਣਾ ਸੂਏ ਦਾ ਇੱਕ ਜੀ। ਪਛਾਣ ਹੈ। ਜ਼ਿਆਦਾ ਸੂਏ ਚ ਹੋ ਜਾਏ ਤਾਂ ਫਿਰ ਉਹਦੀ ਕਗਲੀ। ਅੱਛਾ, ਤੁਸੀਂ ਇਹ ਕੀ ਮਹਿਸੂਸ ਕਰਦੇ ਆ, ਇਹ ਜਿਹੜੀ ਮੱਝ ਹੈ ਬੁਰੇ ਵਾਲੇ ਦੀ ਹੈ, ਉਹ ਮੱਝ ਜਿਹੜੀ ਹੈ ਮੁਲਤਾਨ ਦੀ ਹੈ, ਇਹਨਾਂ 'ਚ ਮੇਨ ਫਰਕ ਕੀ ਹੈ? ਮਤਲਬ ਸਾਡੇ ਨਾਜ਼ਰੀਨ ਨੂੰ ਦੱਸੋ ਫਰਕ ਕੀ ਹੈ ਇਹਨਾਂ 'ਚ? ਮੇਨ ਸਿੰਘਾਂ ਤੋਂ ਹੁੰਦਾ ਹੈ, ਤੇਰਾ ਪੁਛਲ ਤੋਂ ਹੁੰਦਾ ਹੈ, ਥਣਾ ਤੋਂ ਹੁੰਦਾ ਹੈ, ਅੱਛਾ, ਦੁੱਧ ਤੋਂ ਵੀ ਫਰਕ ਹੁੰਦਾ ਹੈ। ਠੀਕ ਹੈ। ਸਾਡੇ ਇਲਾਕੇ ਦੀ ਮੱਝ ਜਿਹੜੀ ਉਹ ਦੁੱਧ ਥੋੜਾ ਜਿਹਾ ਇਹ ਹੀ ਦਿੰਦੀ ਹੈ ਦੁੱਧ ਟਾਈਮ ਦਾ 3-4 ਕਿਲੋ। ਉਧਰ ਦੀ ਮੱਝ ਦਾ ਦੁੱਧ 5 ਕਿਲੋ 6 ਕਿਲੋ ਦੇ ਟਾਈਮ ਦਾ। 7-10 14 ਕਿਲੋ 13 ਕਿਲੋ 12 ਕਿਲੋ ਆਮ ਮੱਝ ਦੁੱਧ ਦੇ ਦਿੰਦੀ ਉਧਰ। ਠੀਕ ਹੋ ਗਿਆ। ਹਾਂਜੀ। ਅੱਛਾ, ਹੁਣ ਇਹ ਦੱਸਿਓ ਕਿ ਇਹਨਾਂ ਨੂੰ ਕੋਈ ਪਾਣੀ ਲਾਗ ਵੀ ਹੁੰਦਾ ਹੈ? ਪਾਣੀ ਲਾਗ ਸ਼ੁਰੂ ਤੋਂ ਲਿਆਈਏ ਤਾਂ ਫਿਰ ਥੋੜਾ ਹੁੰਦਾ ਫਰਕ। ਉਹਦਾ ਫਿਰ ਕੀ ਹੱਲ ਫਿਰ ਕਰਦੇ? ਦਵਾਈ ਸ਼ੋਈ ਦੇਈਦਾ, ਅਸੀਂ ਮਰਚਾਂ ਮੁਰਚਾਂ ਦਿੰਦੇ ਹਾਂ, ਠੀਕ ਹੋ ਜਾਂਦਾ ਇਨਸ਼ਾਅੱਲਾ। ਕਿੰਨੇ ਦੇਰ ਤੱਕ ਉਹਦਾ ਹੱਲ ਹੋ ਜਾਂਦਾ? ਤਕਰੀਬਨ 2-4 ਦਿਨਾਂ ਬਾਅਦ ਠੀਕ ਹੋ ਜਾਂਦਾ, ਹਫਤੇ ਤੱਕ। ਠੀਕ ਹੈ। ਸਾਡਾ ਪਾਣੀ ਇਹਨਾਂ ਮੱਝਾਂ ਨੂੰ ਸਹਾਉਂਦਾ? ਸਾਡਾ ਬਹੁਤ ਜ਼ਿਆਦਾ। ਸੁਣਿਆ ਕਿ ਇਹ ਦੁੱਧ ਵਧਾ ਜਾਂਦੀਆਂ ਨੇ ਇੱਥੇ ਆ ਕੇ? ਕਿਉਂਕਿ ਸਾਡੇ ਪੱਠੇ ਉਹਨਾਂ ਨੂੰ ਅੱਛੇ ਨੇ, ਠੀਕ ਹੈ। ਉਹਦੀ ਵਜ੍ਹਾ ਨਾਲ ਅਸੀਂ ਪੱਠੇ ਚੰਗੇ ਪਾਉਂਦੇ ਆ, ਅੱਛਾ। ਮੱਝ ਦੁੱਧ ਵਧਾ ਜਾਂਦੀ ਹੈ। ਇਹ ਆਪੀ ਜਾ ਕੇ ਉੱਥੋਂ ਲਿਆਂਦੇ ਹੋ ਜਾਂ ਫਿਰ ਮੰਡੀਆਂ ਚੋਂ ਲੈ ਲੈਣੇ ਜੀ ਅਸੀਂ? ਨਹੀਂ, ਆਪੀ ਖਰੀਦੇ ਜਾ ਕੇ? ਲੈ ਵੀ ਆਉਂਦੇ ਆ ਉੱਥੋਂ, ਆਪੇ ਵੀ ਜਾ ਕੇ ਲੈ ਆਉਂਦੇ ਆ, ਮੰਡੀਆਂ ਤੋਂ ਵੀ ਲੈ ਲੈਂਦੇ ਆ ਅਸੀਂ। ਜ਼ਿਆਦਾ ਹੀ ਮੰਡੀਆਂ ਚੋਂ ਲੈ ਲੈਂਦੇ ਆ, ਸਾਨੂੰ ਪਤਾ ਹੁੰਦਾ ਨਸਲ ਮੰਡੀਆਂ 'ਚ ਦਾਜ ਲੱਗ ਜਾਂਦਾ? ਦਾ ਲੱਗ ਵੀ ਜਾਂਦਾ ਵਿੱਚ। ਤੇ ਦਾਜ ਤੋਂ ਬਚਣ ਵਾਸਤੇ ਕੀ ਕਰਨਾ ਚਾਹੀਦਾ? ਦਾ ਤੋਂ ਬਚਣ ਵਾਸਤੇ ਅਸੀਂ ਫਿਰ ਬਾਰ-ਬਾਰ ਮੱਝ ਨੂੰ ਵੇਖਦੇ ਆ, ਚੈੱਕ ਕਰਨੇ ਆ ਉੱਥੇ ਅੱਛਾ, ਮੱਝ ਦਾ ਜਾ ਹੋਈ ਆ ਘੋਰ ਤੇ ਨਹੀਂ। ਠੀਕ ਲੈਣੇ ਹੈ। ਅਸੀਂ ਮੱਝ ਜ਼ਿਆਦਾ ਸੂਈ ਦੀ। ਅੱਛਾ, ਇਹ ਬੜੀ ਅਹਿਮ ਗੱਲ ਹੈ ਕਿ ਮੱਝ ਦਾ ਜਾ ਕਿਸ ਤਰ੍ਹਾਂ ਪਛਾਣਿਆ ਜਾਂਦਾ ਕਿ ਇਹਦਾ ਆਪਣਾ ਜਾਂ ਹੋਰ ਦੂਸਰਾ ਨਾਲ ਲਾਇਆ? ਮੱਝ ਦਾ ਜਾ ਇਸ ਵਾਸਤੇ ਪਛਾਣਿਆ ਜਾਂਦਾ, ਮੱਝ ਦਾ ਜਾ ਅੱਗੇ ਕਰੀਦਾ ਨਾ ਜਾ, ਤੇ ਮੱਝ ਮਗਰ ਆਉਂਦੀ ਹੈ। ਥੱਲੇ ਛੱਡੀ ਦਾ ਤੇ ਅੱਛਾ। ਇੱਕ ਵਾਰੀ ਛੱਡੀ ਤੇ, 2 ਵਾਰੀ ਛੱਡੀ ਤੇ, 2-4 ਵਾਰੀ ਛੱਡੀ ਤੇ ਦੇਖਦੇ ਆ, ਚੈੱਕ ਕਰਨੇ ਆ। ਠੀਕ ਹੈ। ਜਿਹੜਾ ਉਪਰਾ ਜਾ ਉਹਨੂੰ ਮੱਝ ਥੱਲੇ ਨਹੀਂ ਲਏਗੀ, ਅੱਛਾ, ਉਹ ਪਰਾਂ ਹੋ ਜਾਏਗੀ। ਉਹਨਾਂ ਨੇ ਡੱਕਾ ਵੀ ਪਸੰਦ ਲਾਇਆ, ਨਹੀਂ। ਉਹਨਾਂ ਦੁੱਧ ਦਾ ਡੱਕਾ ਵੀ ਲਾਇਆ ਹੁੰਦਾ ਹੈ। ਕੀ ਡਾਕੇ ਦਾ ਕਿਸ ਤਰ੍ਹਾਂ ਪਤਾ ਚੱਲਦਾ? ਡਾਕੇ ਦਾ ਅਸੀਂ ਮੱਝ ਧਾਰ ਮਾਰ ਕੇ ਤੇ ਅਸੀਂ ਚੈੱਕ ਕਰ ਲੈਂਦੇ ਆ, ਪੀ ਕੇ ਦੁੱਧ ਵੇਖ ਲੈਂਦੇ ਆ, ਅੱਛਾ, ਸਾਨੂੰ ਪਤਾ ਚੱਲ ਜਾਂਦਾ ਮੈਨੂੰ ਕੀ ਹੈ ਡਾਕਾ ਹੈ ਜਾਂ ਮਸਲਨ ਪੀ ਕੇ ਕਿਸ ਤਰ੍ਹਾਂ ਪਤਾ ਚੱਲ ਜਾਂਦਾ? ਉਹ ਸਾਨੂੰ ਉਹਦੀ ਡਾਕੇ ਦੀ ਸਮੈਲ ਆਉਂਦੀ ਹੈ। ਅੱਛਾ, ਜਿਹੜਾ ਜ਼ਿਆਦਾ ਡਾਕਾ ਉਹਦੀ ਸਮੈਲ ਆਉਂਦੀ ਹੈ। ਜਿਹੜੇ 2 ਨੰਬਰ ਮੱਝ ਉਹਦੀ ਵੀ ਸਾਨੂੰ ਸਮਝ ਆ ਜਾਂਦੀ ਹੈ ਵੀ ਇਹ ਮੱਝ 2 ਨੰਬਰ ਹੈ। ਜਿਹੜੀ ਅਸਲ ਜਿਹੜੀ ਤਾਜ਼ੀ ਮੱਝ ਹੁੰਦੀ ਹੈ, ਬੋਲੇ ਦਾ ਤੇ ਦੂਸਰੇ ਦਾ ਅਸੀਂ ਜਦੋਂ ਦੁੱਧ ਸਿੰਗਨੇ ਆ, ਜੀਭ ਨੂੰ ਲਾਉਂਦੇ ਸਾਨੂੰ ਸਮਝ ਆ ਜਾਂਦੀ ਹੈ। ਯਾਨੀ ਉਹਦੇ ਵਿੱਚ ਉਹ ਸਮੈਲ ਉਹਦੀ ਵੱਧ ਗਈ ਹੁੰਦੀ ਹੈ, ਜਿਹੜੀ ਮੱਝ ਦੇ ਦੁੱਧ ਚੋਂ ਅਕਸਰ ਸਮੈਲ ਆਉਂਦੀ ਹੈ। ਉਹ ਸਾਨੂੰ ਸਮਝ ਜ਼ਬਰਦਸਤ, ਬੜੀ ਜ਼ਬਰਦਸਤ ਗੱਲ ਤੁਸੀਂ ਦੱਸੀ ਹੈ। ਅੱਛਾ, ਹੁਣ ਇਹ ਦੱਸਿਓ ਕਿ ਅਣਜਾਣ ਬੰਦਾ ਜਿਹੜਾ ਹੁੰਦਾ ਹੈ, ਅਣਜਾਣ ਬੰਦਾ ਉਹਨੂੰ ਨਹੀਂ ਸਮਝ ਆਉਂਦੀ, ਅਸੀਂ ਦੁੱਧ ਪੀ ਕੇ ਤੋਂ ਚੈੱਕ ਕਰ ਲੈਂਦੇ ਆ, ਜੋ ਧਾਰ ਮਾਰ ਕੇ ਤੇ ਉਹਨੂੰ ਜੀਭ ਲਾ ਕੇ ਵੇਖ ਲੈਂਦੇ ਆ, ਸਾਨੂੰ ਸਮਝ ਆ ਜਾਂਦੀ ਹੈ ਵੀ ਇਹ ਜਿਹੜਾ ਜਾਨਵਰ ਹੈ ਇਹ ਜਲਦੀ ਦਾ ਸੂਇਆ ਦਾ ਜ਼ਿਆਦਾ ਦੇਰ ਦਾ ਸੂਇਆ ਦਾ, ਇਹਨੂੰ ਕੀ ਮਸਲਾ ਹੈ, ਜੋ ਵੀ ਹੈ। ਅੱਛਾ, ਇਹ ਤੋਂ ਸਾਨੂੰ ਤਜਰਬਾ ਹੋ ਜਾਂਦਾ ਹੈ। ਬੜੀ ਗੱਲ ਹੈ, ਮਾਸ਼ਾਅੱਲਾ। ਤੁਸੀਂ ਡਾਕਟਰ ਅਗਰ ਤੁਹਾਡੇ ਕੋਲ ਨਹੀਂ ਵੀ ਆਂਦਾ, ਲੇਕਿਨ ਤੁਸੀਂ ਆਪੀ ਤਜਰਬਾਕਾਰ ਹੋ ਚੁੱਕੇ, ਇੱਕ ਫਾਇਦਾ ਵੀ ਤਾਂ ਹੋਇਆ ਨਾ। ਸਹੀ ਹੋ ਗਿਆ। ਜ਼ਿਆਦਾ ਲੋਕ ਉਹ ਅਕਸਰੀਅਤ ਉੱਥੇ ਇਹ ਹੀ ਹੈ ਕਿ ਮੱਝ ਦਾ ਵੰਨ ਲਾਉਂਦੇ ਨੇ, ਜਿਹੜੀ ਮੱਝ ਗਰਮੀ 'ਚ ਸੂਏ, ਤੇ ਜਿਹੜੀ ਮੱਝ ਗਰਮੀ 'ਚ ਸੂਏਗੀ ਉਹ ਕਮ ਤੋਂ ਕਮ 30,000 ਰੁਪਈਆ 40,000 ਰੁਪਏ ਦਾ ਰੇਟ ਜ਼ਿਆਦਾ ਹੁੰਦਾ ਹੈ। ਸਹੀ ਹੈ। ਉਹ ਮੱਝ ਨੂੰ ਵਾਨੀ ਇਸ ਤਰੀਕੇ ਨਾਲ ਲਵਾਉਂਦੇ ਨੇ ਕਿ ਮੱਝ ਜਦੋਂ ਸਾਡੇ ਸੂਆ ਨਹੀਂ ਹੁੰਦਾ, ਸਾਡੇ ਸਾਉਣ ਭਾਦੋਂ ਦਾ ਸੂਆ ਹੁੰਦਾ, ਹਾਂ, ਉੱਥੇ ਸੂਆ ਹੁੰਦਾ ਹੈ ਗਰਮੀ ਦਾ ਜ਼ਿਆਦਾ, ਅੱਛਾ। ਤੇ ਮੱਝ ਮਹਿੰਗੀ ਫਿਰ ਵੇਚਦੇ ਨੇ ਉਹੀ ਮੱਝਾਂ ਫਿਰ ਸਾਨੂੰ ਪੇ ਕਿਹੜਾ ਚੰਗਾ ਹੁੰਦਾ? ਸੂਆ ਗਰਮੀ ਦਾ ਮਹੀਨੇ ਪਤਾ, ਗਰਮੀ ਦਾ ਸੂਆ ਜ਼ਿਆਦਾ ਮਹਿੰਗਾ ਹੁੰਦਾ। ਅੱਛਾ, ਉਹਦੀ ਲਾਮ ਵੀ ਜ਼ਿਆਦਾ ਹੁੰਦੀ ਦੁੱਧ ਦੀ? ਫਿਰ ਜੀ। ਕਿੰਨੀ ਕੁ ਲਾਮ ਦਾ ਹੀ ਜਾਂਦਾ, ਕਿੰਨੀ ਦੇਰ ਤੱਕ? ਤਕਰੀਬਨ ਮੱਝ ਦੁੱਧ ਤੇ ਸਹੀ ਮੱਝ 7-8 ਮਹੀਨੇ ਦਿੰਦੀ ਹੈ, ਅੱਛਾ। ਉਸ ਤੋਂ ਬਾਅਦ ਫਿਰ ਥੋੜਾ ਦਿੰਦੀ ਹੈ। ਕਿੰਨੀਆਂ ਮੱਝਾਂ 'ਚ ਇੱਕ ਝੋਟਾ ਹੋਣਾ ਜ਼ਰੂਰੀ ਹੈ? ਮੱਝਾਂ ਦੇ ਵਿੱਚ 10 ਰੱਖੋ, 8-10 ਮੱਝਾਂ ਦੇ ਵਿੱਚ ਇੱਕ ਜਾਨਵਰ ਜ਼ਰੂਰੀ ਹੈ ਝੋਟਾ। ਠੀਕ ਹੈ। ਹਾਂਜੀ, ਤੁਸੀਂ ਝੋਟਾ ਰੱਖਿਆ ਜਾਂ ਟੀਕਾ ਲਵਾਉਂਦੇ ਹੋ? ਅਸੀਂ ਟੀਕਾ ਹੀ ਲਵਾਉਂਦੇ ਹਾਂ, ਪੈਸੇ ਦੇ ਕੇ ਲਵਾਉਂਦੇ ਹਾਂ, ਫ੍ਰੀ ਕੋਈ ਨਹੀਂ ਲਾ ਕੇ ਦਿੰਦਾ ਸਾਨੂੰ। ਅੱਛਾ, ਹਾਂਜੀ। ਇਹ ਹੋਇਆ ਮਸਲਾ ਤੁਹਾਨੂੰ ਦੱਸਿਆ। ਹੁਣ ਇਹ ਦੱਸਿਓ ਕਿ ਤੁਹਾਨੂੰ ਪਤਾ ਚੱਲ ਜਾਂਦਾ ਮੱਝ ਬੋਲ ਪਈ ਹੈ? ਜੀ। ਕਦੀ ਇੰਜ ਹੋਇਆ ਕਿ ਲੇਟ ਹੋ ਗਈ ਹੈ?
ਨਹੀਂ ਹੁੰਦੀ ਨਹੀਂ ਲੇਟਸ, ਕਿਉਂਕਿ ਸਾਨੂੰ ਸਮਝ ਅਸੀਂ ਵਿੱਚ ਰਹਿੰਦੇ ਆ। ਜਦੋਂ ਮੱਝ ਪਾਣੀ ਸੁੱਟਦੀ ਹੈ ਸਾਨੂੰ ਪਤਾ ਬੋਲ ਪਈ ਮੱਝ, ਅਸੀਂ ਜ਼ਬਰਦਸਤ। ਫਿਰ ਡਾਕਟਰ ਨੂੰ ਸੱਦਨੇ ਆ। ਅੱਛਾ, ਇਹ ਬੜਾ ਅਹਿਮ ਹੈ, ਬਹੁਤ ਸਾਰੇ ਲੋਕ ਪੁੱਛਦੇ ਨੇ ਕਿ ਮੱਝ ਤੂੰ ਬੋਲੇ ਉਹਦੀ ਕੀ ਪਹਿਚਾਣ ਹੁੰਦੀ ਹੈ, ਕੋਈ ਇੱਕ ਦੋ ਗੱਲ ਦੱਸਿਆ ਉਹਦੇ ਬਾਰੇ। ਸਾਨੂੰ ਜਦੋਂ ਮੱਝ ਪਾਣੀ ਸੁੱਟਦੀ ਹੈ, ਅੱਛਾ ਇਹ ਮੱਝ ਜਿਹੜੀਆਂ ਨੇ ਨਾ ਜ਼ਿਆਦਾ ਮੱਝਾਂ ਉਹ ਲੜਾਉਂਦੀਆਂ ਨਹੀਂ, ਅੱਛਾ ਦੇਸੀ ਮੱਝਾਂ ਲੜਾਉਂਦੀਆਂ ਨਹੀਂ, ਲੜਾਂ ਕਰਦੀਆਂ ਜਦੋਂ ਬੋਲਣਾ, ਠੀਕ ਹੈ ਜਦੋਂ ਨਾ ਬਣਨਾ। ਇਹ ਸਾਡੀਆਂ ਮੱਝਾਂ ਨੇ ਜਿਹੜੀਆਂ ਤਕਰੀਬਨ ਨਹੀਂ ਲੜਾਉਂਦੀਆਂ, ਇਹ ਪਾਣੀ ਸੁੱਟਦੀਆਂ ਨੇ। ਠੀਕ ਹੈ, ਜਦੋਂ ਪਾਣੀ ਨਾੜੂ ਕਰਨਗੀਆਂ ਪਾਣੀ ਸੁੱਟਣ ਸਾਨੂੰ ਸਮਝ ਆ ਜਾਂਦੀ ਹੈ ਕਿ ਇਹਨੂੰ ਬਣ ਜਾਣਾ, ਸਹੀ ਅਸੀਂ ਹੈ। ਬਣਵਾ ਦਿੰਦੇ ਹਾਂ ਇਹਨੂੰ। ਕਿੰਨੀ ਕੁ ਦੇਰ ਤੱਕ ਜਿਹੜੀ ਇਹ ਮੱਝ ਸੌਣ ਤੋਂ ਬਾਅਦ ਬਣ ਜਾਂਦੀ ਹੈ? ਸੌਣ ਤੋਂ ਬਾਅਦ ਤਕਰੀਬਨ ਕੋਈ 4 ਮਹੀਨੇ ਬਾਅਦ ਹੀ ਬਣ ਜਾਂਦੀ ਹੈ, ਕੋਈ 3 ਬਾਅਦ ਹੀ ਬਣ ਜਾਂਦੀ ਹੈ, ਕੋਈ 7-8 ਮਹੀਨੇ ਤੋਂ ਬਾਅਦ ਵੀ ਬਣਦੀ ਹੈ। ਇਹ ਆਪਣੀ ਨਸਲਾਂ ਦੀ ਗੱਲ ਹੈ। ਇਹ ਜਿਹੜੀਆਂ ਬੋਰੇ ਵਾਲੀਆਂ ਦੀਆਂ ਨੇ ਜਾਂ ਫਿਰ ਇਹ ਮੁਲਤਾਨੀ ਨੇ, ਇਹ ਕਿੰਨੀ ਦੇਰ ਬਾਅਦ ਬਣ ਇਹ ਜਾਂਦੀਆਂ? ਜੀ ਕੁਦਰਤੀ ਗੱਲ ਹੈ, ਇਹ ਨਹੀਂ ਕੋਈ ਗੱਲ ਆਖੀ ਜਾਂਦੀ। ਅੱਛਾ, ਹਾਂਜੀ, ਸਹੀ ਹੋ ਗਿਆ। ਔਰ ਅਗਰ ਇਹ ਪੱਠਿਆਂ ਦੇ ਮਦਸਰ ਹੁੰਦੀ ਹੈ, ਕੋਈ ਪੱਠਿਆਂ ਦਾ ਸਿਸਟਮ ਹੁੰਦਾ ਹੈ, ਕੋਈ ਗਰਮੀ ਸਰਦੀ ਦੀ ਵਜ੍ਹਾ ਨਾਲ ਵੀ ਹੋ ਜਾਂਦਾ ਹੈ। ਅੱਛਾ, ਮੱਝ ਥੋੜੀ ਕੁ ਮਹੀਨਾ ਤੋਂ ਪਹਿਲੇ ਹੀ ਬਣ ਸਕਦੀ ਹੈ, ਬਾਅਦ ਚ ਲੇਟ ਵੀ ਬਣ ਜਾਂਦੀ ਹੈ। ਸਹੀ ਹੋ ਗਿਆ। ਅੱਛਾ ਚਾਚੂ ਜੀ, ਤੁਸੀਂ ਬੜੀ ਜ਼ਬਰਦਸਤ ਗੱਲਾਂ ਦੱਸ ਰਹੇ ਹੋ, ਬੜੀਆਂ ਮੁਫੀਦ ਗੱਲਾਂ ਦੱਸ ਰਹੇ ਹੋ। ਇੱਕ ਸੱਚੀ ਔਰ ਖਰੀ ਗੱਲ ਦੱਸਣੀ ਜੇ ਕਿ ਇਹ ਕੰਮ ਕੈਸਾ ਹੈ, ਅੱਛਾ ਹੈ ਜਾਂ ਬੁਰਾ? ਕੰਮ ਤੇ ਅੱਛਾ ਹੈ ਜੀ, ਅਗਰ ਬੰਦਾ ਆਪੇ ਮਿਹਨਤ ਕਰਦਾ ਤਾਂ ਫਿਰ ਬਹੁਤ ਅੱਛਾ ਹੈ, ਤੇ ਆਪੇ ਅਗਰ ਕੰਮ ਨਹੀਂ ਕਰਦਾ ਤਾਂ ਫਿਰ ਇਹ ਚ ਘਾਟਾ ਹੀ ਘਾਟਾ ਹੈ, ਫਿਰ ਮੁਨਾਫਾ ਨਹੀਂ। ਕਿਉਂਕਿ ਬਹੁਤ ਜ਼ਿਆਦਾ ਇਹਦੇ ਜਿਹਦੇ ਇਹ ਪੱਠੇ ਬਹੁਤ ਮਹਿੰਗੇ ਨੇ, ਜਿਹੜੇ ਬੰਦੇ ਹਰ ਚੀਜ਼ ਮੁੱਲ ਲੈਣੀ ਹੈ, ਬੰਦਾ ਕੰਮ ਕਰਨ ਵਾਲਾ ਵੀ ਹੋਰ ਰੱਖਣਾ ਹੈ, ਫਿਰ ਉਹਦੇ ਚ ਤਕਰੀਬਨ ਫਾਇਦਾ ਨਹੀਂ ਹੈਗਾ। ਸਹੀ ਹੋ ਫਾਇਦਾ ਇਹੀ ਹੈ ਆਪੇ ਬੰਦਾ ਕੰਮ ਕਰੇ। ਠੀਕ ਹੋ ਗਿਆ। ਇਸ ਕੰਮ ਦੇ ਨਾਲ ਬੰਦਾ ਕੋਈ ਹੋਰ ਵੀ ਕੰਮ ਕਰ ਸਕਦਾ ਹੈ? ਕੰਮ ਜੀ ਜਿਹੜਾ ਮਰਜ਼ੀ ਕਰ ਸਕਦਾ, ਦੁਕਾਨਦਾਰੀ ਕਰ ਮਸਲਨ ਸਕਦਾ। ਫੁੱਲ ਟਾਈਮ 24 ਘੰਟੇ ਤੇ ਨਹੀਂ ਇਹ ਕੰਮ? 24 ਘੰਟੇ ਤੇ ਨਹੀਂ, ਉਹਦੇ ਕੰਮ ਦਾ ਧਿਆਨ ਰੱਖਣੇ ਪੈਣਾ ਨੇ। ਠੀਕ ਹੋ ਗਿਆ। ਹਾਂਜੀ, ਇਹ ਈਦ ਵਾਲੇ ਦਿਨ ਵੀ ਦੀ ਛੁੱਟੀ ਨਹੀਂ ਇਹਦੇ ਚ, ਇਸ ਲੇਕਿਨ ਮੁਨਾਫਾ ਵੀ ਈਦ ਵਾਲੇ ਦਿਨ ਬਹੁਤਾ ਮਿਲਦਾ ਹੈ। ਉਹ ਜ਼ਾਹਰ ਉਹ ਗੱਲ ਹੈ। ਠੀਕ ਹੈ। ਅੱਛਾ, ਹੁਣ ਇੱਕ ਗੱਲ ਹੋਰ ਦੱਸਿਓ ਕਿ ਇਹ ਜਿਹੜੇ ਜਾਨਵਰ ਨੇ, ਹਾਂਜੀ। ਜਿਹੜੇ ਬੰਦੇ ਦੀ ਆਪਣੀ ਜ਼ਮੀਨ ਨਹੀਂ, ਜੀ, ਉਹਨੂੰ ਤੇ ਹੋ ਗਿਆ ਕਿ ਹਰ ਚੀਜ਼ ਮੁੱਲ ਦਾ, ਲੇਕਿਨ ਜਿਹਦੀ ਆਪਣੀ ਜ਼ਮੀਨ ਹੈ ਉਹਦਾ ਮੁਨਾਫਾ ਕਿੰਨਾ ਹੋ ਉਹਦੇ ਸਕਦਾ? ਵਾਸਤੇ ਫਾਇਦਾ ਹੀ, ਉਹਦੇ ਵਾਸਤੇ ਤਕਰੀਬਨ ਠੀਕ ਹੀ ਹੋਏਗਾ ਮੁਨਾਫਾ। ਯਾਨੀ ਕਿੰਨੇ ਨੰਬਰ ਦਵੋਗੇ 100 ਦੇ ਵਿੱਚੋਂ ਕਿ ਉਹਨੂੰ ਇੰਨਾ ਮੁਨਾਫਾ ਹੋ ਸਕਦਾ? 70%, 80%, ਕਿੰਨਾ ਮੁਨਾਫਾ ਹੋ ਉਹਨੂੰ ਸਕਦਾ? ਅਗਰ ਆਪੇ ਕੰਮ ਕਰੇ, ਪੱਠੇ ਆਪਣੇ ਹੋਣ, ਫਿਰ ਉਹ ਤਕਰੀਬਨ 50-50 ਲਾ ਲਓ। ਠੀਕ ਹੈ। ਚਲੋ ਜੀ, ਤੁਸੀਂ ਬੜੀਆਂ ਅਹਿਮ ਗੱਲਾਂ ਦੱਸੀਆਂ ਨੇ। ਹੁਣ ਆਖਰੀ ਗੱਲ, ਇੱਕ ਸਦਕਾ ਜਾਰੀਆ ਤੌਰ ਤੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਫਾਰਗ ਨੇ, ਕੋਈ ਕੰਮ ਨਹੀਂ ਕਰਦੇ, ਬਾਹਰ ਵੀ ਨਹੀਂ ਜਾ ਸਕਦੇ, ਹਾਂਜੀ। ਉਹ ਇਸ ਕੰਮ ਨੂੰ ਕਰਨਾ ਚਾਹੁੰਦੇ ਨੇ, ਕਿੰਨੀਆਂ ਮੱਝਾਂ ਤੋਂ ਕੰਮ ਸ਼ੁਰੂ ਕਰਨ ਔਰ ਕਿਸ ਤਰ੍ਹਾਂ ਕਰਨ? ਤਕਰੀਬਨ 5-6 ਮੱਝ ਤੋਂ ਸ਼ੁਰੂ ਕਰਨ ਕੰਮ। ਠੀਕ ਹੈ, ਕੰਮ ਜ਼ਮੀਨ ਆਪਣੀ ਹੋਏ, ਕੰਮ ਆਪੇ ਕਰਨ। ਠੀਕ ਹੈ, ਇਹ ਨਾ ਮਿਹਨਤ ਨਾ ਸਮਝਣ ਵੀ ਅਸੀਂ ਗੋਹਾ ਸੁੱਟਣਾ ਹੈ, ਇਹ ਮਜ਼ਦੂਰੀ ਬਹੁਤ ਔਖੀ ਹੈ, ਇਹ ਹੈ ਉਹ ਹੈ, ਇਹ ਨਹੀਂ ਸਮਝਣ। ਕੰਮ ਆਪੇ ਕਰਨ, ਫਿਰ ਇਨਸ਼ਾਅੱਲਾ ਉਹਨਾਂ ਵਾਸਤੇ ਬਹੁਤ ਫਾਇਦਾ। ਠੀਕ ਹੋ ਗਿਆ। ਮੱਝਾਂ ਜਿਹੜੀਆਂ ਨੇ ਉਹ ਖਾਂਗਣੀਆਂ ਲੈਣੀਆਂ, ਲਹਿਰੀਆਂ ਲੈਣ? ਮੱਝਾਂ ਲੈਰੀਆਂ ਵੀ ਲੈਣ ਤੇ ਖੰਗਣੀ ਵੀ ਲੈਣ। ਖੰਗਣੀ 'ਚ ਫਾਇਦਾ ਜ਼ਿਆਦਾ ਹੈ, ਕਿਉਂਕਿ ਮੱਝ ਜਿਹੜੀ ਖੰਗੜੀ ਹੈ ਨਾ, ਉਹਦੀ ਕੀਮਤ ਤਕਰੀਬਨ ਅੱਧੀ ਹੁੰਦੀ ਹੈ। ਲੇਕਿਨ ਉਹ ਦੁੱਧ ਵੀ ਤਾਂ ਨਹੀਂ ਨਾ ਦਿੰਦੀ? ਦੁੱਧ ਤੇ ਥੋੜਾ ਹੀ ਦੇਗੀ ਉਹ, ਅੱਛਾ। ਖਰਚਾ ਤੇ ਪੂਰਾ ਕਰੇਗੀ ਨਾ। ਅੱਛਾ, ਹਾਂਜੀ, ਖਰਚਾ ਤਾਂ ਤਕਰੀਬਨ ਪੂਰਾ ਕਰੇਗੀ। ਅਗਰ ਖਾਂਗੜੀਆਂ ਮੱਝਾਂ ਲੈਂਦਾ ਹੈ, ਫਿਰ ਉਹ ਘੱਟ ਖਰਚਾ ਲਏਗਾ, ਜਿਹਨੂੰ ਪਲੀਆਂ ਤੋਂ ਨਹੀਂ ਲਾਣੇ ਪੈਣਗੇ? ਨਹੀਂ, ਪੱਲਿਓ ਨਹੀਂ ਲਾਣੇ ਪੈਣਗੇ। ਠੀਕ ਫਿਰ ਹੋ ਵੀ ਜਿਹੜੀ ਗਿਆ। ਖੰਗੜੀ ਤੋਂ ਖੰਗੜੀ ਮੱਝ ਆ, ਦੁੱਧ 4-5 ਕਿਲੋ ਦੇਗੀ, ਉਹ ਵੀ 6 ਕਿਲੋ 5 ਕਿਲੋ ਦੇਗੀ। ਤੇ ਜਦੋਂ ਉਹ ਬਿਲਕੁਲ ਬਣ ਜਾਂਦੀ ਹੈ ਫਿਰ ਤਾਂ ਪਲੀਆਂ ਪੈਂਦੀ ਹੈ ਨਾ? ਨਹੀਂ, ਜਦੋਂ ਬਣੇਗੀ ਫਿਰ ਵੀ, ਜਦੋਂ ਮੱਝ 2 ਮਹੀਨੇ ਨੂੰ 3 ਮਹੀਨੇ ਨੂੰ ਸੂਣ ਵਾਲੀ ਹੈ, ਫਿਰ ਉਹਨੂੰ ਛੱਡਣਾ ਹੁੰਦਾ। ਇਹ ਮੱਝਾਂ ਦੁੱਧ ਦੇਈ ਜਾਂਦੀਆਂ ਨੇ। ਠੀਕ ਹੋ ਗਿਆ। ਹਾਂਜੀ। ਤੇ ਕਿਆ ਉਹ ਇਸ ਤਰ੍ਹਾਂ ਦੀ ਰੁਟੀਨ ਬਣਾ ਲੇ ਕਿ ਅੱਧੀਆਂ ਖਾਂਗਣੀਆਂ ਹੋਣ, ਅੱਧੀਆਂ ਲਹਿਰੀਆਂ ਹੋਣ, ਤਾਂ ਕੰਮ ਚੱਲੀ ਜਾਏ? ਬਹੁਤ ਅੱਛੀ ਗੱਲ ਹੈ। ਜਾਵਾਂ ਦਾ ਕੀ ਕਰਦੇ ਹੋ? ਜਾਂ ਤਕਰੀਬਨ ਜਾਂ ਦੇ ਸਹੀ ਤਰੀਕੇ ਨਾਲ ਸੰਭਾਲੋ ਉਹਨਾਂ ਨੂੰ, ਅੱਛਾ, ਤੇ ਫਿਰ ਜਾ ਭੱਜ ਜਾਂਦੇ ਨੇ। ਠੀਕ ਹੈ। ਕਦੇ ਜਾ ਮਰਦੇ ਨੇ, ਜਦੋਂ ਕਿਤੇ ਜ਼ਿਆਦਾ ਕੋਈ ਬਾਰਿਸ਼ ਜਾਂ ਕੋਈ ਠੰਡ ਹੋਏ, ਬਾਕੀ ਇਨਸ਼ਾਅੱਲਾ ਜਾ ਬਚਦੇ ਨੇ, ਠੀਕ ਹੋ ਗਿਆ। ਸਾਰੇ ਬਚਦੇ ਨੇ ਜਾ। ਬਹੁਤ ਮਿਹਰਬਾਨੀ, ਤੁਸੀਂ ਬੜੀ ਮੁਫੀਦ ਗੱਲਬਾਤ ਸੁਣਾਈਏ। ਅਸਲਾਮ ਵਾਲੇਕੁਮ।